सो दोस्तों एक बार फिर वजनों दूर आप सब का निੱਘਾ स्वागत है और ਤੁਹਾਨੂੰ पता है कि ਅਸੀਂ ਹਫਤੇ ਦੇ ਵਿੱਚ ਤਕਰੀਬਨ 2 ਵਾਰ ਅਪਡੇਟ ਕਰਦੇ ਹਾਂ ਜੋ ਵੀ ਕੈਨੇਡਾ ਸਰਕਾਰ ਦੇ ਵੱਲੋਂ ਬੈਨੀਫਿਟ ਦਿੱਤੇ ਜਾ ਰਹੇ ਨੇ ਹਰ ਵਰਗ ਦੇ ਫੀਲਡ ਦੇ ਲੋਕਾਂ ਨੂੰ ਔਰ ਕਲਸੀ ਸਾਹਿਬ ਕਿਉਂਕਿ ਬੜੇ ਲੰਬੇ ਅਰਸੇ ਤੋਂ ਇਹ ਬਿਜ਼ਨਸ ਦੇ ਨਾਲ ਰਿਲੇਟਡ ਨੇ ਔਰ ਬਿਜ਼ਨਸ ਸੋਲੂਸ਼ਨ ਇਹਨਾਂ ਦੀ ਫਰਮ ਦਾ ਨਾਮ ਹੈ ਪੂਰੇ ਕੈਨੇਡਾ ਭਰ ਦੇ ਵਿੱਚ ਇਹਨਾਂ ਦੇ ਦਫ਼ਤਰ ਨੇ ਇਹਨਾਂ ਨੂੰ ਹਰ ਵਰਗ ਦੇ ਲੋਕ ਹਮੇਸ਼ਾ ਮਿਲਦੇ ਰਹਿੰਦੇ ਨੇ ਜਿਨ੍ਹਾਂ ਨੂੰ ਪੈਸੇ ਦੀ ਪ੍ਰੋਬਲਮ ਆਉਂਦੀ ਆ ਜਿਨ੍ਹਾਂ ਦੇ ਕੋਲ कई बार कर्जा लिया होंदा नहीं मोड़िया जा सकता तो फिर उन्होंने मदद करते हैं पर इस टाइम असी मिल के तो सारे की ये मदद करते हैं कि जी कैनेडा सरकार एवरी आवर कह लीजिए एवरी डे अपडेट करती है वो कोई झाक पाई दी है। सो कलसी साहब अज फिर मेरे नाल कलसी साहब वेलकम जी आए। थैंक यू सुखी जी और वतन दूर टीवी देख रहे सारे व्यूअर्स ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾਬ ਜੀ। ਜੀ ਬਿਲਕੁਲ ਔਰ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਵੀ ਦੱਸੀਦਾ ਹੈ ਕਿ ਤੁਸੀਂ ਇਸ ਟਾਈਮ ਸਾਨੂੰ ਕਿਸੇ ਵੀ ਮਾਧਿਅਮ ਦੇ ਉੱਤੇ ਦੇਖ ਰਹੇ ਹੋ ਤੁਸੀਂ ਆਈਪੀ ਟੈਲੀਵਿਜ਼ਨ ਦੇ ਉੱਤੇ ਦੇਖ ਰਹੇ ਹੋ YouTube ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ ਵਿਜ਼ਨ ਟੀਵੀ ਤੇ ਦੇਖ ਰਹੇ ਹੋ ਜਿੱਥੇ ਵੀ ਦੇਖ ਰਹੇ ਹੋ ਜਿਹੜੇ ਵੀ ਸਾਧਨ ਰਾਹੀਂ ਸਾਡੀ ਆਵਾਜ਼ ਜਾਂ ਸ਼ਕਲ ਤੁਹਾਡੇ ਤੱਕ ਪਹੁੰਚਦੀ ਹੈ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੀ ਸੋਚ ਮੁਤਾਬਕ ਪ੍ਰੋਗਰਾਮਾਂ ਨੂੰ ਅਗਾਂਹ ਤੋਂ ਲੈ ਕੇ ਆਇਆ ਕਰੀਏ। ਸੋ ਕਾਸੀ ਸਾਹਿਬ ਆਪਾਂ ਅਪਡੇਟ ਕਰਦੇ ਤਕਰੀਬਨ ਹਫਤੇ 'ਚ 2 ਵਾਰੀ ਜੀ। ਸੋ ਹੁਣ ਇਸ ਵੀਕ ਦੀ ਕੀ ਅਪਡੇਟ ਹੈ ਲੇਟੈਸਟ? ਦੇਖੋ ਜੀ ਲੇਟੈਸਟ ਅਪਡੇਟ ਹੈ ਲਾਸਟ ਟਾਈਮ ਅਸੀਂ ਜਿਵੇਂ ਆਪਣੇ ਵਿਊਅਰਸ ਨੂੰ ਦੱਸਿਆ ਸੀਗਾ ਕਿ ਸਰਕਾਰ ਨੇ ਸਟੂਡੈਂਟਸ ਵਾਸਤੇ ਕੰਸੈਸ਼ਨਸ ਦਿੱਤੀਆਂ ਸੀਗੀਆਂ ਕਿ ਉਹਨਾਂ ਨੂੰ ਬੱਚਿਆਂ ਨੂੰ ਸਬਸਿਡੀ ਦਿੱਤੀ ਜਾਏ। ਉਹਦੇ ਵਿੱਚ ਉਸ ਵੇਲੇ ਕਲੈਰੀਫਿਕੇਸ਼ਨ ਨਹੀਂ ਸੀਗੀ ਕਿ ਕੀ ਫੋਰਨ ਸਟੂਡੈਂਟ ਵਿੱਚ ਇਨਕਲੂਡਡ ਹੈ ਜਾਂ ਨਹੀਂ। ਅਕ੍ਰੋਸ ਦ ਟੇਬਲ ਸਾਨੂੰ ਉਸ ਵੇਲੇ ਇਹੋ ਹੀ ਇੰਡੀਕੇਸ਼ਨ ਸੀ ਵੀ ਸਾਰੇ ਸਟੂਡੈਂਟਸ ਨੂੰ ਮਿਲੇਗਾ। ਫਿਰ ਅੱਜ ਅਸੀਂ ਥੋੜ੍ਹਾ ਜਿਹਾ ਅਪਡੇਟ ਕਰੀਏ ਕਰੈਕਸ਼ਨ ਵੀ ਕਰੀਏ ਕਿਉਂਕਿ ਅਸੀਂ ਇਨਫੋਰਮੇਸ਼ਨ ਸਿਰਫ ਉਹੀ ਲੈ ਕੇ ਆਉਂਦੇ ਹਾਂ ਜੋ ਸਰਕਾਰ ਵੱਲੋਂ ਮਿਲਦੀ ਹੈ। ਪਹਿਲੀ ਹੁੰਦੀ ਅਨਾਊਂਸਮੈਂਟ ਹੋ ਕੇ ਸਾਰੇ ਐਕਸਾਈਟਡ ਹੋ ਜਾਈਦਾ ਕਿ ਇਹ ਵੀ ਮਿਲੇਗਾ ਆਹ ਵੀ ਮਿਲੇਗਾ ਆਹ ਵੀ ਮਿਲੇਗਾ ਪਰ ਉਸ ਐਕਸਾਈਟਮੈਂਟ ਉਸ ਅਨਾਊਂਸਮੈਂਟ ਨੂੰ ਰਿਐਲਿਟੀ ਬਦਲਦੇ ਹਫਤਾ 10 ਦਿਨ ਲੱਗ ਜਾਂਦੇ ਫਿਰ ਸਾਨੂੰ ਕਲੈਰਿਟੀ ਮਿਲਦੀ ਕਿ ਹੋ ਕੀ ਰਿਹਾ। ਹੁਣ ਜਦੋਂ ਅਸੀਂ ਸਟੂਡੈਂਟਸ ਦੀ ਗੱਲ ਕਰੀਏ ਫਿਲਹਾਲ ਜਿਹੜੀ ਅਨਾਊਂਸਮੈਂਟ ਹੋਈ ਸੀ ਉਹ ਸਾਡੇ ਕੈਨੇਡੀਅਨ ਸਟੂਡੈਂਟਸ ਦੇ ਵਾਸਤੇ ਸੀਗੀ ਕਿ ਜਿਹੜੇ ਸਟੂਡੈਂਟਸ ਪਾਰਟ ਟਾਈਮ ਕੰਮ ਹੈ ਉਹਨਾਂ ਵਾਸਤੇ ਹੈ ਜਾਂ ਜਿਹੜੇ ਰੀਸੈਂਟਲੀ ਗ੍ਰੈਜੂਏਟ ਹੋਏ ਹੈ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਉਹਨਾਂ ਵਾਸਤੇ ਹੈ। ਪਰ ਹੁਣ ਕੱਲ੍ਹ ਪਾਰਲੀਮੈਂਟ ਦੇ ਵਿੱਚ ਸੈਸ਼ਨ ਸੀਗਾ ਜਿਹਦੇ ਵਿੱਚ ਡਿਮਾਂਡ ਕੀਤੀ ਗਈ ਹੈ ਕਿ ਜਿਹੜੇ ਫੋਰਨ ਸਟੂਡੈਂਟਸ ਹੈ ਉਹਨਾਂ ਨੂੰ ਵੀ ਦਿੱਤਾ ਜਾਵੇ। ਹੁਣ ਜਿਹੜੇ ਤੇ ਫੋਰਨ ਸਟੂਡੈਂਟ ਪਹਿਲੇ ਕੰਮ ਕਰਦੇ ਸੀਗੇ ਪੇਰੋਲ ਤੇ ਸੀਗੇ ਉਹ ਤੇ ਉਸ ਪਹਿਲੇ ਪ੍ਰੋਗਰਾਮ 'ਚ ਕੁਆਲੀਫਾਈ ਕਰਦੇ ਹੈ ਪਰ ਕੁਝ ਫੋਰਨ ਸਟੂਡੈਂਟ ਐਸੇ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਸੋ ਨਾ ਤੇ ਉਹਨਾਂ ਨੇ ਕੰਮ ਕੀਤਾ ਤੇ ਨਾ ਉਹਨਾਂ ਕੋਲ ਕੋਈ ਇਨਕਮ ਹੈ ਪਰ ਹੁਣ ਉਹਨਾਂ ਦੇ ਖਰਚੇ ਸਿਰ 'ਤੇ ਹੈ ਤੇ ਉਹਨਾਂ ਨੂੰ ਕੀ ਕੁਝ ਦਿੱਤਾ ਜਾਵੇ। ਮੇਰਾ ਖਿਆਲ ਹੈ ਕਿ ਆਉਂਦੇ ਹਫਤੇ ਤੱਕ ਉਹ ਜ਼ਿਆਦਾ ਹੋਰ ਕਲੀਅਰ ਹੋਏਗਾ ਕਿ ਉਹ ਸਟੂਡੈਂਟਸ ਨੂੰ ਇਹਨਾਂ ਨੇ ਵਿੱਚ ਲੈਣਾ ਜਾਂ ਨਹੀਂ ਲੈਣਾ। ਠੀਕ ਹੈ। ਔਰ ਜਿਹੜੀ ਸਟੂਡੈਂਟ ਹੈ ਨਾ ਜੀ ਇਹ ਵੈਸੇ ਹਾਲੇ ਅਨਾਉਂਸਮੈਂਟ ਹੈ ਜਾਂ ਸ਼ੁਰੂਆਤ ਹੋ ਵੀ ਗਈ? ਸ਼ੁਰੂਆਤ ਹੁਣ 1 ਮਈ ਤੋਂ ਹੋਣੀ ਹੈ। ਹਾਂਜੀ। ਸੋ 1 ਮਈ ਤੋਂ ਹੋ ਕੇ ਫਿਰ ਅੱਗੇ ਚੱਲਣੀ ਹੈਗੀ ਹੈ ਉਹਦੇ ਬੇਸ 'ਤੇ ਅਸੀਂ ਅੱਗੇ ਇਹਨਾਂ ਨੂੰ ਲੈ ਕੇ ਚੱਲਾਂਗੇ। ਸੋ ਮੇਰਾ ਸਿਰਫ ਕਵਰ ਕਰਨ ਦਾ ਮਤਲਬ ਇਹ ਸੀਗਾ ਕਿ ਜਿਹੜੀ ਅਸੀਂ ਸਪੌਂਟੇਨੀਅਸ ਤੁਹਾਨੂੰ ਦਿੰਦੇ ਇਨਫੋਰਮੇਸ਼ਨ ਉਹ ਤਾਂ ਮਤਲਬ ਹੁੰਦਾ ਹੈ ਕਿ ਸਰਕਾਰ ਨੇ ਇਹ ਕਹਿ ਦਿੱਤਾ ਹੁਣ ਉਹ ਕਹਿਣ ਤੋਂ ਬਾਅਦ ਉਹਨਾਂ ਨੇ ਕਿਸ ਤਰ੍ਹਾਂ ਕਰਨਾ ਹੈ ਦੈਟ ਇਜ਼ ਦੀ ਮੋਸਟ ਇੰਪੋਰਟੈਂਟ ਪਾਰਟ ਕਿ ਜਿੰਨੀ ਦੇਰ ਉਹ ਰਿਐਲਿਟੀ ਨਹੀਂ ਬਣਦਾ ਉਨੀ ਦੇਰ ਇਟ ਇਜ਼ ਅਪ ਇਨ ਦੀ ਏਅਰ। ਸੋ ਅੱਜ ਹੁਣ ਸਟੂਡੈਂਟਸ ਦਾ ਅਸੀਂ ਕਹੀਏ ਤੇ ਹਾਲੇ ਫੋਰਨ ਸਟੂਡੈਂਟਸ ਦਾ ਹਾਲੇ ਵੀ ਥੋੜ੍ਹਾ ਜਿਹਾ ਕਲੈਰਿਟੀ ਨਹੀਂ ਹੈਗੀ ਕਿ ਉਹਨਾਂ ਨੂੰ ਕਿੰਨਿਆਂ ਨੂੰ ਮਿਲ ਪਾਏਗਾ ਪਰ ਕਿ ਜਿਹੜੇ ਜੌਬ ਕਰਦੇ ਨੇ ਜਾਂ ਕਰਦੇ ਸੀਗੇ ਉਹ ਲੋਕ ਤੇ ਹਾਲੇ ਵੀ ਬੱਚੇ ਕੁਆਲੀਫਾਈ ਜ਼ਰੂਰ ਕਰਦੇ ਨੇ। ਸੋ ਕਲਸੀ ਸਾਹਿਬ ਇਸ ਤੋਂ ਇਲਾਵਾ ਮੈਂ ਦੂਜੇ ਵਰਗ ਵੱਲ ਨੂੰ ਜਾਵਾਂ ਪਰ ਉਸ ਤੋਂ ਪਹਿਲਾਂ ਮੇਰਾ ਇੱਕ ਤੁਹਾਡੇ ਤੱਕ ਇਹ ਸਵਾਲ ਹੈ ਕਿਉਂਕਿ ਜਦੋਂ ਦੀ ਆਪਾਂ ਇਨਫੋਰਮੇਸ਼ਨ ਦੇਣ ਲੱਗੇ ਹਾਂ ਜਾਂ ਉਸ ਤੋਂ ਪਹਿਲਾਂ ਜਾਂ ਇਸ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਆਏ ਨੇ ਸੋ ਕਿਹੜੇ ਵਰਗ ਦੇ ਜ਼ਿਆਦਾ ਲੋਕ ਤੁਹਾਡੇ ਤੱਕ ਤਾਲਮੇਲ ਕਰਦੇ ਆ ਜਿਹੜੇ ਪਰੇਸ਼ਾਨ ਨੇ ਇਸ ਟਾਈਮ? ਦੇਖੋ ਪਰੇਸ਼ਾਨੀ ਤੇ ਤਕਰੀਬਨ ਹਰ ਵਰਗ ਨੂੰ ਐਕਚੁਅਲੀ ਜਿਹੜਾ ਵੀ ਕੰਮ ਕਰਦਾ ਸੀ ਉਹਦੇ ਲਈ ਪਰੇਸ਼ਾਨੀ ਹੈ ਪਰ ਇਸ ਪਰੇਸ਼ਾਨੀ 'ਚ ਮੈਂ ਕਹਾਂਗਾ ਕਿ ਹੁਣ 2 ਚੀਜ਼ਾਂ ਸਾਹਮਣੇ ਬੜੀਆਂ ਕਲੈਰਿਟੀ ਨਾਲ ਆ ਰਹੀਆਂ। ਮੰਨ ਲਓ ਮੈਂ ਸੀ ਮੇਰੀ ਵਾਈਫ ਕੰਮ ਕਰਦੀ ਸੀ ਇੱਕ ਮੇਰਾ ਬੇਟਾ ਸੀ ਇੱਕ ਮੇਰੀ ਬੇਟੀ ਸੀ ਉਹ ਵੀ ਥੋੜ੍ਹਾ ਕੰਮ ਕਰਦੇ ਸੀਗੇ। ਹੁਣ ਜਦੋਂ ਦਾ ਇਹ $2000 ਦੀ ਰਕਮ ਸਾਨੂੰ ਸਾਹਮਣੇ ਆਈ ਹੈ ਉਦੋਂ ਕੀ ਹੋਇਆ ਕਿ ਮੈਂ ਵੀ 2000 ਲੈਣ ਲੱਗ ਪਿਆ ਮੇਰੀ ਵਾਈਫ ਵੀ ਲੈਣ ਲੱਗ ਪਈ ਮੇਰੀ ਬੇਟੀ ਵੀ ਲੈਣ ਲੱਗ ਪਈ ਮੇਰਾ ਬੇਟਾ ਵੀ ਲੈਣ ਮੇਰੇ ਘਰ ਤੇ 8000 ਆਉਣਾ ਸ਼ੁਰੂ ਕਰਤਾ। ਇੱਕ ਮੈਂ 8000 ਬਣਾਉਣਾ ਸ਼ੁਰੂ ਕਰਤਾ ਇੱਕ ਮੈਂ ਘਰੋਂ ਨਹੀਂ ਨਿਕਲਦਾ ਮੈਂ ਮਤਲਬ ਕੰਮ ਵੀ ਕੋਈ ਨਹੀਂ ਕਰ ਰਿਹਾ। ਸੋ ਮੈਨੂੰ ਇਹ ਇੱਕ ਕਿਸਮ ਦੀ ਫ੍ਰੀ ਮਨੀ ਜਿਹੜੀ ਹੈ ਉਹ ਬੜੀ ਹੁਣ ਇਸ ਵੇਲੇ ਸਾਰਿਆਂ ਨੂੰ ਬੜੀ ਖਿੱਚ ਰਹੀ ਆਪਣੇ ਵੱਲ। ਉਹ ਇਹ ਕੋਸ਼ਿਸ਼ ਕਰ ਰਹੇ ਵੀ ਇਹ ਤਾਂ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਜੇ ਮੈਂ ਵੀ ਸਾਈਡ ਲਾਈਨ 'ਤੇ ਬੈਠਾ ਸੀ ਮੈਨੂੰ ਨਹੀਂ ਮਿਲ ਰਹੀ ਤੇ ਮੈਂ ਇਹ ਕੰਪਲੇਂਟ ਕਰਨਾ ਦੇਖੋ ਜੀ ਫਲਾਣੇ ਨੂੰ ਮਿਲਦੀ ਪਈ ਤੇ ਮੈਨੂੰ ਕਿਉਂ ਨਹੀਂ ਮਿਲਦੀ ਪਈ ਆਈ ਸ਼ੁੱਡ ਆਲਸੋ ਕੁਆਲੀਫਾਈ। ਸੋ ਟੈਕਨੀਕਲੀ ਤੇ ਜਿਹੜੇ ਬੰਦੇ ਜਿਨ੍ਹਾਂ ਨੂੰ ਇਹ ਪਰੇਸ਼ਾਨੀ ਨਹੀਂ ਸੀ ਜੇ ਉਹ ਪੈਸੇ ਨਾ ਲੈਂਦੇ ਜਾਂ ਨਾ ਲੈਣ ਤੇ ਮੇਰਾ ਖਿਆਲ ਹੈ ਉਹ ਇੱਕ ਕਿਸਮ ਦਾ ਸਾਰਿਆਂ ਨੂੰ ਸਪੋਰਟ ਕਰਨ ਵਾਲੀ ਗੱਲ ਹੈ। ਪਰ ਅਸੀਂ ਗਰੀਡ ਇਹੋ ਜਿਹੀ ਸਾਡੇ ਕੋਲ ਯਾਨੀ ਭੁੱਖ ਕਹਿ ਲਈਏ ਇਹੋ ਜਿਹੀ ਹੈ
ਕਿ ਅਸੀਂ ਕਹਿੰਦੇ ਵੀ ਆਪਾਂ ਤੇ ਲੈ ਹੀ ਲਓ, ਕੀ ਫਰਕ ਪੈਂਦਾ। ਸੋ ਇਸ ਲਈ ਇਸ ਵੇਲੇ ਹਰ ਵਰਗ ਦੇ ਲੋਕਾਂ ਨੇ ਅਪਲਾਈ ਕੀਤਾ ਕਿਸੇ ਨਾ ਕਿਸੇ ਬਹਾਨੇ ਨਾਲ ਤਾਂ ਕਿ ਇਹ ਪੈਸੇ ਅਸੀਂ ਲੈ ਸਕੀਏ। ਪਰ ਕੁਝ ਲੋਕ ਐਸੇ ਵੀ ਨੇ ਕਿ ਜਿਹੜੇ ਜੈਨੂਇਨਲੀ ਪਰੇਸ਼ਾਨ ਨੇ, ਔਰ ਕੁਝ ਮੈਨੂੰ ਇੰਨੀਆਂ ਦੇਖੋ ਲਾਸਟ ਸੈਟਰਡੇ ਸਾਡਾ ਪ੍ਰੋਗਰਾਮ ਸੀਗਾ ਟੀਵੀ ਦਾ, ਉਸ ਤੋਂ ਬਾਅਦ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੈਂ 1.5 ਘੰਟਾ ਉੱਠ ਨਹੀਂ ਸਕਿਆ, ਮੇਰਾ ਟੈਲੀਫੋਨ ਵੱਜਦਾ ਹੀ ਰਿਹਾ, ਭਾਵੇਂ ਉਹ BC ਤੋਂ ਵੱਜਿਆ, ਭਾਵੇਂ ਉਹ ਐਲਬਰਟਾ ਤੋਂ ਵੱਜਿਆ, ਭਾਵੇਂ ਉਹ ਵਿਨੀਪੈਗ ਤੋਂ ਆਏ ਕਾਲਾਂ, ਐਵਰੀਬਡੀ ਹੈਜ਼ ਬੀਨ ਕਾਲਿੰਗ। ਰੀਜ਼ਨ ਬੀਇੰਗ ਕਿ ਜਿਹੜੀ ਅਪ ਟੂ ਡੇਟ ਇਨਫੋਰਮੇਸ਼ਨ ਹੈ, ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੇ ਘਰ ਬੈਠੇ ਰਹਿਣ ਤੇ ਅਸੀਂ ਤੁਹਾਡੇ ਘਰ ਆ ਕੇ ਤੁਹਾਨੂੰ ਖਬਰ ਦੇ ਦਈਏ ਤਾਂ ਕਿ ਤੁਹਾਨੂੰ ਉਹਦੇ ਲਈ ਸਟਰਗਲ ਨਾ ਕਰਨਾ ਪਏ। ਐਂਡ ਸੈਕੰਡਲੀ ਸੁਖੀ ਜੀ ਇੰਪੋਰਟੈਂਟ ਇਹ ਵੀ ਹੈ ਕਿ ਹਰ ਬੰਦਾ ਨਾ ਤੇ ਉਹਨਾਂ ਕੋਲ ਟਾਈਮ ਹੈ, ਨਾ ਉਹਨੂੰ ਪਤਾ ਹੈ ਕਿ ਇਨਫੋਰਮੇਸ਼ਨ ਕਿੱਥੋਂ ਮਿਲਣੀ ਹੈ, ਪਰ ਕਮ ਸੇ ਕਮ ਅਸੀਂ ਉਹ ਸਾਰੀ ਇਨਫੋਰਮੇਸ਼ਨ ਦਾ ਨਿਚੋੜ ਕੱਢ ਕੇ ਤੇ ਤੁਹਾਨੂੰ ਅਪ ਟੂ ਡੇਟ ਕਰੀਦਾ ਵੇਲੇ ਕੁ ਵੇਲੇ ਤਾਂ ਕਿ ਤੁਸੀਂ ਘਰ ਬੈਠੇ ਇਨਫੋਰਮੇਸ਼ਨ ਲੈ ਸਕੋ। ਬਾਕੀ ਫਿਰ ਵੀ ਜਿਨ੍ਹਾਂ ਦੀ ਵੀ ਕੋਈ ਰਹਿੰਦੀ ਹੋਵੇ ਐਸੀ ਗੱਲ ਜਿਹੜੀ ਕਿ ਨਾ ਸਮਝ ਆਉਂਦੀ ਹੋਵੇ, ਵੀ ਆਰ ਆਲਵੇਜ਼ ਦੇਅਰ ਫॉर ਯੂ। ਭਾਵੇਂ ਮੈਨੂੰ ਫੋਨ ਕਰੋ, ਸੁਖੀ ਜੀ ਨੂੰ ਕਰੋ, ਜਾਂ ਸਾਡੇ ਵੈਬਸਾਈਟ 'ਤੇ ਜਾ ਕੇ ਲੌਗ ਆਨ ਕਰਕੇ ਦੇਖੋ, ਸਾਰੀ ਇਨਫੋਰਮੇਸ਼ਨ ਜਿੰਨੀਆਂ ਵੀ ਅਸੀਂ ਇੱਥੇ ਗੱਲਾਂ ਕਰਨੇ ਉਹ ਸਾਰੀਆਂ ਅਪਡੇਟ ਹੁੰਦੀਆਂ ਨੇ ਸਾਡੇ ਵੈਬਸਾਈਟ ਦੇ ਉੱਤੇ ਵੀ। ਸੋ ਟਾਈਮ ਟੂ ਟਾਈਮ ਜਿਹੜੀ ਵੀ ਹੁਣ ਸਿਚੁਏਸ਼ਨ ਹੈ, ਇਹ ਖਿਆਲ ਰੱਖਣਾ ਕਿ ਇਹ ਜਿਹੜੀ ਵੀ ਮੌਜ ਮੇਲੇ ਆ ਸਿਰਫ 3 ਮਹੀਨੇ ਦੇ ਨੇ, ਮਾਰਚ, ਅਪ੍ਰੈਲ ਤੇ ਮਈ ਤੇ ਆ ਗਿਆ। ਹੁਣ ਮਈ ਤੋਂ ਬਾਅਦ ਕੀ ਹੋਣਾ ਹੈ ਇਹ ਹਾਲੇ ਕਿਸੇ ਨੂੰ ਨਹੀਂ ਪਤਾ ਕਿ ਐਕਸਟੈਂਡ ਹੋਣਾ ਜਾਂ ਨਹੀਂ ਹੋਣਾ, ਪਰ ਮਈ ਤੋਂ ਬਾਅਦ ਜਦੋਂ ਇਹ ਪੈਸੇ ਨਾ ਆਏ, ਸਾਨੂੰ 2000 ਨਾ ਮਿਲਿਆ, ਫਿਰ ਆਪਾਂ ਕੀ ਕਰਨਾ, ਸਾਨੂੰ ਹੁਣ ਸੋਚਣ ਦੀ ਉਹ ਲੋੜ ਹੈ। ਤੇ ਮਈ ਤੋਂ ਬਾਅਦ ਜੀ ਕਈਆਂ ਨੂੰ ਤਾਂ ਕੰਮ ਨਾ ਕਰਨ ਦੀ ਆਦਤ ਪੈ ਗਈ। ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਛੋਟੀ ਜਿਹੀ ਸਕਿੱਟ ਜਿਹੀ ਸੀ ਕਿ ਉਧਰ ਕਹਿੰਦੇ ਜੀ ਖੁੱਲ੍ਹ ਗਿਆ, ਕੰਮ ਖੁੱਲ੍ਹ ਗਏ, ਤੇ ਉਹ ਹਸਬੈਂਡ ਨੂੰ ਕਹਿੰਦੀ ਕਿ ਲਓ ਫੜੋ ਆਪਣਾ ਬੈਗ ਤੇ ਕੰਮ ਤੇ। ਉਹ ਕਹਿੰਦਾ ਮੈਂ ਕੰਮ ਤੇ ਨਹੀਂ ਜਾਣਾ, ਮੈਂ ਭਾਂਡੇ ਧੋ ਲੂੰਗਾ, ਮੈਂ ਰੋਟੀ ਪਕਾ ਲੂੰਗਾ, ਮੈਂ ਨਹੀਂ ਜਾਣਾ। ਕਹਿਣ ਦਾ ਮਤਲਬ ਕਿ ਸਾਨੂੰ ਇੰਨਾ ਅੰਦਰ ਰਹਿਣ ਦੀ ਆਦਤ ਪੈ ਗਈ ਹੈ, ਔਰ ਉਹਦੇ ਕਰਕੇ ਹੁਣ ਪਤਾ ਨਹੀਂ ਫਿਰ ਸਾਨੂੰ ਵਾਪਸ ਕਰਦੇ। ਕਹਿਣ ਲੱਗੇ ਹੋਗੇ ਕਿ ਵਾਈਫ ਨੇ ਜਦੋਂ ਲੰਚ ਬਾਕਸ ਫੜਾਇਆ ਕਿ ਤੁਸੀਂ ਕੰਮ ਤੇ ਚਲੋ, ਹੁਣ ਸਾਰਾ ਕੁਝ ਖੁੱਲ ਗਿਆ, ਤੂੰ ਕਹਿੰਦਾ ਜੀ ਮੈਨੂੰ ਦੱਸੋ ਮੈਂ ਕੰਮ ਕਰਦਾ ਕੀ ਸੀ। ਬਿਲਕੁਲ ਭੁੱਲ ਜਾਣਾ ਜੀ, ਅਸੀਂ ਭੁੱਲ ਜਾਣਾ ਉਹਨੂੰ। ਸਾਨੂੰ ਫਿਰ ਵੀ ਇਹ ਨਵੇਂ ਰਸਤੇ, ਨਵੇਂ ਤਰੀਕਿਆਂ ਨਾਲ ਅਡੋਪਟ ਕਰਨਾ ਪੈਣਾ। ਸੋ ਪਰ ਫਿਰ ਵੀ ਮੈਂ ਇਹੋ ਹੀ ਕਹਾਂਗਾ, ਇਹ ਹੱਸਣਾ ਖੇਡਣਾ ਵੀ ਜ਼ਰੂਰੀ ਹੈ ਲਾਈਫ ਦੇ ਵਿੱਚ, ਕਿਉਂਕਿ ਇਹਦੇ ਨਾਲ ਕਰਨ ਨਾਲ ਕੀ ਹੁੰਦਾ, ਸਾਡੀਆਂ ਥੋੜ੍ਹੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਹਲਕੀਆਂ ਪੈ ਜਾਂਦੀਆਂ। ਸੋ ਅਦਰਵਾਈਜ਼ ਹੁਣ ਕੰਮ ਜਦੋਂ ਖੁੱਲ੍ਹਣੇ ਆ, ਅਸੀਂ ਸਾਰਿਆਂ ਨੇ ਕੰਮਾਂ ਤੇ ਜਾਣਾ, ਸਾਰਿਆਂ ਨੇ ਕੰਮ ਕਰਨੇ ਆ। ਸੋ ਜਸਟ ਬੀ ਰੈਡੀ, ਇਮੋਸ਼ਨਲੀ ਰੈਡੀ ਕਰੋ, ਮੈਂਟਲੀ ਆਪਣੇ ਆਪ ਨੂੰ ਰੈਡੀ ਕਰੋ ਤਾਂ ਕਿ ਅਸੀਂ ਜਦੋਂ ਕੰਮ ਹੋਵੇ ਤੇ ਵੀ ਕੈਨ ਸਟਾਰਟ ਵਿਦ। ਜੀ ਬਿਲਕੁਲ। ਔਰ ਤੁਸੀਂ ਇਸ ਟਾਈਮ ਜੁੜੇ ਹੋਏ ਹੋ ਵਤਨੋਂ ਦੂਰ ਦੇ ਨੈਟਵਰਕ ਦੇ ਨਾਲ, ਔਰ ਤੁਸੀਂ ਫੇਸਬੁੱਕ ਦੇ ਵੀ ਉੱਤੇ, YouTube ਦੇ ਉੱਤੇ ਵੀ ਆ, ਤੇ ਨਾਲ ਦੀ ਨਾਲ ਤੁਸੀਂ ਟੈਲੀਵਿਜ਼ਨ ਦੇ ਰਾਹੀਂ ਵੀ ਸਾਨੂੰ ਦੇਖ ਰਹੇ ਹੋ। ਬਹੁਤ ਬਹੁਤ ਤੁਹਾਡਾ ਜਿੱਥੇ ਧੰਨਵਾਦ ਅਸੀਂ ਕਰਦੇ ਹਾਂ, ਨਾਲ ਬੇਨਤੀ ਵੀ ਕਰਦੇ ਹਾਂ ਕਿ ਸਾਨੂੰ ਫੀਡਬੈਕ ਦਿਓ, ਔਰ ਸਾਡਾ YouTube ਚੈਨਲ ਜਿਹੜਾ ਉਹਨੂੰ ਤੁਸੀਂ ਆਪਣੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨੂੰ ਕਹਿ ਕੇ ਉਹਨਾਂ ਦੇ ਨਾਲ ਵੀ ਸਾਡੇ ਚੈਨਲ ਦੇ ਨਾਲ ਜੋੜੋ, ਫੇਸਬੁੱਕ ਦੇ ਨਾਲ ਜੋੜੋ, ਤਾਂ ਕਿ ਇਹ ਇਨਫੋਰਮੇਸ਼ਨ ਵੱਧ ਤੋਂ ਵੱਧ ਜਿਹੜੀ ਆ ਹੋਰ ਲੋਕਾਂ ਤੱਕ ਪਹੁੰਚ ਸਕੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਬੜੇ ਚੰਗੇ ਉਪਰਾਲੇ ਤੁਹਾਡੇ ਪਿਆਰ ਸਦਕਾ, ਤੁਹਾਡੇ ਸੁਝਾਅ ਸਦਕਾ ਜਿਹੜੇ ਉਹ ਕਰ ਰਹੇ ਹਾਂ। ਤੇ ਕਾਲਸੀ ਸਾਹਿਬ, ਹੁਣ ਅਗਲਾ ਸਵਾਲ ਇਹ ਹੈ ਕਿ ਇਹ ਤਾਂ ਸਟੂਡੈਂਟ ਵਰਗ ਹੋ ਗਿਆ, ਦੂਜਾ ਹੈ ਜੀ ਜਿਹੜੇ ਬਿਜ਼ਨਸ ਕਿਰਾਏ ਤੇ ਸੀਗੇ, ਰੈਂਟ ਦੇ ਰਹੇ ਸੀ, ਕਮਰਸ਼ੀਅਲ ਰੈਂਟ ਸੀਗਾ, ਤੇ ਉਹ ਵੀ ਸਰਕਾਰ ਨੇ ਕੁਝ ਕਿਹਾ ਸੀ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਕਿਉਂਕਿ ਬਿਜ਼ਨਸ ਨਹੀਂ ਚੱਲੇ, ਉਹ ਕੀ ਪ੍ਰੋਸੀਜਰ ਹੈ? ਅੱਛਾ ਦੇਖੋ, ਇਸ ਤਰ੍ਹਾਂ ਸੀ ਕਿ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਅਸੀਂ 75% ਰੈਂਟ ਰਿਬੇਟ ਦਾਂਗੇ ਕਮਰਸ਼ੀਅਲ ਦੀ। ਹੁਣ 75% 'ਚ ਉਹਨਾਂ ਨੇ ਕੀ ਕਿਹਾ ਸੀਗਾ ਕਿ 50% ਗਵਰਨਮੈਂਟ ਜਿਹੜੀ ਹੈ ਉਹ ਲੈਂਡਲੋਰਡ ਨੂੰ ਰੀਇੰਬਰਸ ਕਰ ਦੇਗੀ, ਬਾਕੀ ਰਹਿ ਗਿਆ 25%, ਉਹ ਲੈਂਡਲੋਰਡ ਨੂੰ ਆਪ ਪੇ ਕਰਨਾ ਪਏਗਾ, 25% ਟੈਨੈਂਟ ਪੇ ਕਰੇਗਾ। ਸੋ ਇਸ ਤਰ੍ਹਾਂ ਕਰਕੇ 100% ਪੂਰਾ ਹੁੰਦਾ ਹੈ। ਹੁਣ ਇਹਦੇ 'ਚ ਸੁਖੀ ਜੀ ਕੀ ਸੀਗਾ ਕਿ ਇਹ 'ਚ ਵੀ ਕਲੈਰਿਟੀ ਨਹੀਂ ਸੀਗੀ ਵੀ ਇਹ ਕਿਵੇਂ ਵਰਕਆਊਟ ਕਰੇਗਾ। ਹੁਣ ਇਸ ਵੇਲੇ ਤੱਕ, ਹਾਲੇ ਤੱਕ ਬਹੁਤੇ ਜਿਹੜੇ ਲੈਂਡਲੋਰਡ ਹੈ ਉਹ ਕਹਿੰਦੇ ਜੀ ਅਸੀਂ ਨਹੀਂ ਇਹਨੂੰ ਮੰਨਦੇ, ਕਿਉਂਕਿ ਲੈਂਡਲੋਰਡ ਇੱਕ ਪ੍ਰਾਈਵੇਟ ਫੀਲਡ ਹੈ, ਉਹਨਾਂ ਦੀ ਆਪਣੀ ਪ੍ਰਾਪਰਟੀ ਹੈ। ਉਹ ਸਰਕਾਰ ਦੇ ਕਹੇ ਤੇ ਕਿਉਂ ਮੰਨਣ ਕਿ ਜੀ ਤੁਸੀਂ 25% ਪੱਲਿਓਂ ਪਾਓ, 50 ਤੁਹਾਨੂੰ ਅਸੀਂ ਦੇ ਦਿੰਦੇ ਹਾਂ। ਹੁਣ ਜੇ ਸਰਕਾਰ ਸਾਡੀ ਇਹ ਡਿਫਰੈਂਟ ਐਂਗਲ ਨਾਲ ਕਰਦੀ, ਮੰਨ ਲਓ ਇਹ ਕਰਦੀ ਕਿ ਜੀ 50% ਰੈਂਟ ਜਿਹੜਾ ਟੈਨੈਂਟ ਆ ਉਹਨੂੰ ਦੇ ਦਿੰਦੇ ਆ, 50 ਉਹਨੇ ਪੱਲਿਓਂ, 25 ਆਪਣੇ ਪੱਲਿਓਂ ਪਾਇਆ, 50 ਸਰਕਾਰ ਨੇ ਦੇ ਦਿੱਤਾ ਤੇ ਉਹਨੇ ਬਾਕੀ ਲੈਂਡਲੋਰਡ ਨੂੰ ਦੇ ਦਿੱਤਾ। ਤਾਂ ਕਹਿਣ ਦਾ ਮਤਲਬ 25% ਜਿਹੜਾ ਡਿਫਰੈਂਟ ਐਂਗਲ ਨਾਲ ਸੀ। ਇਹਦੇ 'ਚ ਫਿਰ ਲੈਂਡਲੋਰਡ ਦੀ ਸੇ ਨਹੀਂ ਸੀ, ਪਰ ਹੁਣ ਲੈਂਡਲੋਰਡ ਦੀ ਸੇ ਹੈ। ਉਹ ਕਹਿੰਦਾ ਮੈਂ ਕਿਉਂ ਮੰਨਾਂ, ਮੈਨੂੰ ਮਜਬੂਰੀ ਤੇ ਹੈ ਨਹੀਂ ਹੈ। ਜੇ ਕਿਸੇ ਪੱਖੋਂ ਦੇਖਿਆ ਜਾਏ ਤੇ ਉਹਦੇ ਵਿੱਚ ਕੁਝ ਰਿਐਲਿਟੀ ਹੈ, ਕਿਉਂਕਿ ਉਹ 'ਤੇ ਕੋਈ ਬੰਦਿਸ਼ ਨਹੀਂ ਹੈ। ਪਰ ਜੇ ਦੇਖਿਆ ਜਾਵੇ, ਇਹਨੂੰ ਅਸੀਂ ਕਹੀਦਾ ਕਾਰਪੋਰੇਟ ਗਰੀਡ, ਕਿ ਬਿਜ਼ਨਸ ਦੀ ਭੁੱਖ ਜਿਹੜੀ ਹੈ, ਭੁੱਖ ਇਸ ਤਰ੍ਹਾਂ ਹੈਗੀ ਹੈ ਕਿ ਅੱਜ ਤੱਕ ਤੇ ਮੈਂ ਕਿਰਾਇਆ ਇਮਾਨਦਾਰ ਰਿਹਾ, ਤੁਹਾਡੇ ਕੋਲੋਂ ਲੈ ਕੇ ਮੈਂ ਚਲਾਉਂਦਾ ਰਿਹਾ, ਪਰ ਜੇ ਮੈਨੂੰ ਇਹ ਕੋਈ ਸਾਰੀ ਉਮਰ ਲਈ ਥੋੜ੍ਹਾ ਨਾ ਕਰਤਾ ਉਹਨਾਂ ਨੇ, ਉਹ ਤਾਂ ਸਿਰਫ 3 ਮਹੀਨੇ ਦੀ ਰਿਬੇਟ ਮੰਗਦੇ ਪਏ ਅੱਜ ਵੇਲੇ, ਠੀਕ ਹੈ। ਸੋ ਉਹਦੇ ਵਿੱਚ ਇੱਕ ਪੱਖ ਹੋਰ ਹੈ, ਉਹ ਇਹ ਹੈ
ਕਿ ਮੰਨ ਲਓ ਮੈਂ ਲੈਂਡਲੋਰਡ ਆ, ਤੁਹਾਡਾ ਕਿਰਾਇਆ ਸੀਗਾ $10,000, ਉਹਦੇ ਵਿੱਚ $8,000 ਤੇ ਸੀਗਾ ਤੁਹਾਡਾ ਕਿਰਾਇਆ ਔਰ 2,000 ਸੀ TMI, ਠੀਕ ਹੈ ਜੀ। ਹੁਣ ਜਦੋਂ ਟੈਕਸ ਮੇਨਟੇਨੈਂਸ ਇੰਸ਼ੋਰੈਂਸ ਜਿਹਨੂੰ ਆਪਾਂ ਕਹੀਦਾ, TMI 2,000 ਸੀਗੀ, ਹੁਣ 8,000 ਜਿਹੜਾ ਮੇਰਾ ਟੈਕਸ ਹੈ ਉਹਦੇ ਵਿੱਚੋਂ 50% ਯਾਨੀ 75% ਤੇ ਆ ਗਿਆ, 50 ਗਵਰਨਮੈਂਟ ਨੇ ਦਿੱਤਾ, ਉਹਨਾਂ ਨੇ ਦਿੱਤਾ, ਹੁਣ ਬਚਿਆ 25%। ਜੇ ਮੈਂ ਧਿਆਨ ਨਾਲ ਦੇਖਾਂ ਤੇ ਮੇਰਾ ਕੰਮ ਬੰਦ ਹੋਇਆ ਸੀ 13 ਮਾਰਚ ਨੂੰ, ਮੇਰੀ ਤੇ ਕੈਸ਼ ਫਲੋ 0 ਹੈ, ਸੋ ਮੇਰਾ ਜਿਹੜਾ TMI ਹੈ ਉਹ ਵੀ ਤਾਂ ਘਟ ਗਈ ਨਾ, ਜੇ ਇਸੇ ਮੇਰੇ ਖਰਚੇ ਨਹੀਂ ਪੈ ਰਹੇ ਉਹਦੇ ਉੱਤੇ ਤੇ TMI ਬਚ ਗਈ। ਸੋ ਹੁਣ ਜਿਹੜੀ 25% TMI ਸੀ ਉਹ ਚੋਂ 15% ਤੇ ਬਚ ਗਈ। ਹੁਣ ਜੇ ਮੈਂ 10% ਦੀ ਵੀ ਰਿਬੇਟ ਆਪਣੇ ਟੈਨੈਂਟ ਨੂੰ ਨਹੀਂ ਦੇ ਸਕਦਾ ਤੇ ਉਹ ਫਿਰ ਇੱਕ ਕਿਸਮ ਦੀ ਕਾਰਪੋਰੇਟ ਗਰੀਡ ਵਾਲੀ ਗੱਲ ਹੋ ਗਈ ਨਾ, ਕਿ ਮੈਨੂੰ ਇੰਨੀ ਭੁੱਖ ਹੈ ਕਿ ਮੈਂ 3 ਮਹੀਨੇ ਲਈ ਤੈਨੂੰ $200 ਵੀ ਨਹੀਂ ਛੱਡ ਸਕਦਾ। ਪਰ ਮੈਨੂੰ ਇੱਥੇ ਇੱਕ ਸਵਾਲ ਜੀ ਕਿ TMI ਕਿੱਦਾਂ ਬਚ ਗਈ, ਕਿਉਂਕਿ ਮੇਨਟੇਨੈਂਸ ਵੀ ਜਾਣੀ ਹੈ, ਟੈਕਸ ਵੀ ਜਾਣੇ ਹੈ, ਉਹ ਕਿਸ ਤਰੀਕੇ? ਪਰ ਦੇਖੋ ਨਾ ਜੀ, ਬਚਣ ਦਾ ਤਰੀਕਾ ਇਹ ਹੈ ਕਿ ਜਿੱਥੇ ਬਾਕੀ ਚੀਜ਼ਾਂ ਡੈਫਰ ਹੁੰਦੀਆਂ ਮੇਰੀਆਂ ਵੀ ਡੈਫਰ ਹੋਣੀਆਂ, ਠੀਕ ਹੈ ਨਾ ਜੀ। ਇੰਸ਼ੋਰੈਂਸ ਦੇ ਵਿੱਚ ਵੀ ਕਈ ਚੀਜ਼ਾਂ ਹੈਗੀਆਂ ਜਿਹਨਾਂ ਰਿਲੈਕਸੇਸ਼ਨ ਦਿੱਤੀ ਹੈ। ਅੱਛਾ, ਮੇਨਟੇਨੈਂਸ 'ਚ ਕੀ ਸੀਗਾ ਕਿ ਜੇ ਮੇਰਾ ਗਾਰਬੇਜ ਮੂਵ ਹੁੰਦਾ ਸੀ, ਬਾਕੀ ਚੀਜ਼ਾਂ ਮੂਵ ਹੁੰਦੀਆਂ, ਉਹ ਤਾਂ ਮੈਂ ਬੰਦ ਕਰਾਤੀਆਂ। ਹੁਣ ਫੋਰ ਐਗਜ਼ਾਮਪਲ ਸਾਡੇ ਕੋਲ ਬਿਜ਼ਨਸ ਹੈ, ਅਸੀਂ ਸਾਰੇ ਗਾਰਬੇਜ ਗੁਰਬੇਜ ਵਾਲੇ ਬੰਦ ਕਰਤੇ, ਅਸੀਂ ਇਹ ਸਾਨੂੰ ਨਹੀਂ ਚਾਹੀਦਾ। ਜਿਹੜਾ ਮਹੀਨੇ ਦਾ ਮੇਰਾ $100, $150, $200 ਜਾਂਦਾ ਹੈ, ਹੁਣ ਜਿਨ੍ਹਾਂ ਦੇ ਪਲਾਜ਼ੇ ਹੈ ਉਹਨਾਂ ਕੋਲ ਨੰਬਰ ਆਫ ਟੈਨੈਂਟਸ ਵੀ ਜ਼ਿਆਦਾ ਨੇ, ਨੰਬਰ ਆਫ ਟੈਨੈਂਟਸ ਦੇ ਉੱਤੇ ਖਰਚਾ ਘਟ ਗਿਆ ਉਹਨਾਂ ਦਾ। ਸੋ ਕਹਿਣ ਦਾ ਮੇਰਾ ਮਤਲਬ ਮੈਂ 25% ਤੇ ਰਿਪਲੇਸ ਨਹੀਂ ਹੋਇਆ, ਪਰ ਕਮ ਸੇ ਕਮ ਉਹ 'ਚੋਂ 10-15% ਮੇਰੀ ਸੇਵਿੰਗ ਹੋ ਸਕਦੀ ਹੈ ਜੇ ਮੈਂ ਧਿਆਨ ਨਾਲ ਕੈਲਕੂਲੇਟ ਕਰਕੇ ਦੇਖਾਂ ਕਿ ਮੇਰੀ TMI ਕਿੱਥੋਂ ਬਚੀ ਹੈ, ਠੀਕ ਹੈ। ਔਰ ਉਹਦੇ ਬੇਸ 'ਤੇ ਜੇ ਮੈਂ ਉਹਨਾਂ ਨੂੰ 3 ਮਹੀਨੇ ਵਾਸਤੇ ਥੋੜ੍ਹੀ ਜਿਹੀ ਸਪੋਰਟ ਦੇਣਾ ਹੈ। ਹੁਣ ਦੇਖੋ ਇਹਦੇ ਪਿੱਛੇ ਇੱਕ ਲੌਜਿਕ ਇਹ ਹੈ, ਇੱਕ ਬੰਨੇ ਜਿਹੜਾ ਤੇ ਹੁੰਦਾ ਘਰ ਦੇ ਵਿੱਚ ਤੁਸੀਂ ਬੰਦੇ ਨੂੰ ਕੱਢ ਨਹੀਂ ਸਕਦੇ, ਪਰ ਜਿਹੜੀ ਕਮਰਸ਼ੀਅਲ ਬਿਜ਼ਨਸ ਹੈ, ਫੋਰ ਐਗਜ਼ਾਮਪਲ ਇਹ ਬਿਲਡਿੰਗ ਮੇਰੀ ਹੋਵੇ ਜਿੱਥੇ ਤੁਸੀਂ ਬੈਠੇ ਹੋ ਤੇ ਤੁਸੀਂ ਮੇਰਾ 2 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਤੇ ਐਜ਼ ਪਰ ਲਾਅ ਮੇਰੇ ਕੋਲ ਰੂਲ ਹੈ ਕਿ ਮੈਂ 2 ਮਹੀਨੇ ਬਾਅਦ ਜਾ ਕੇ ਤੁਹਾਡਾ ਤਾਲੇ ਬਦਲਾਂਗਾ। ਇੱਕ ਤੇ ਤੁਹਾਡਾ ਸਮਾਨ ਅੰਦਰ ਰਹਿ ਗਿਆ ਤੇ ਤੁਹਾਨੂੰ ਮੈਂ ਗੇਟ ਤੋਂ ਬਾਹਰ ਕਰਤਾ, ਔਰ ਫਿਰ ਮੇਰੇ ਕੋਲ ਐਸੀ ਕੋਈ ਪਾਵਰ ਨਹੀਂ ਐਜ਼ ਏ ਟੈਨੈਂਟ ਕਿ ਮੈਂ ਜਾ ਕੇ ਆਪਣੀ ਮਰਜ਼ੀ ਨਾਲ ਤਾਲਾ ਖੁਲਾ ਸਕਾਂ। ਜੇ ਮੈਂ ਖੋਲਾਂਗਾ ਤਾਂ ਟ੍ਰੈਸਪਾਸਿੰਗ ਬਣ ਜਾਏਗੀ ਕਿ ਮੈਂ ਤਾਲਾ ਤੋੜ ਕੇ ਅੰਦਰ ਵੜਿਆ। ਸੋ ਮੇਰਾ ਕਹਿਣ ਦਾ ਮਤਲਬ ਕਿ ਇਹਦੇ ਵਿੱਚ ਲੀਗਲ ਇਸ਼ੂ ਬਹੁਤ ਨੇ, ਪਰ ਲੀਗਲ ਇਸ਼ੂ ਦੇ ਵਿੱਚ ਇਸ ਵੇਲੇ ਮਕਸਦ ਇਹ ਹੈ ਕਿ ਕੰਮ ਮੇਰਾ ਇਸ ਤਰੀਕੇ ਨਾਲ ਨਾ ਬੰਦ ਹੋ ਜਾਏ ਕਿ ਜਿਹੜਾ ਖੁੱਲ ਹੀ ਨਾ ਸਕੇ। ਪਰ ਜੇ ਮੇਰੇ ਕੋਲ ਕੈਸ਼ ਫਲੋ ਨਹੀਂ ਹੈ, ਮੈਨੂੰ ਭਾਵੇਂ 50% ਗਵਰਨਮੈਂਟ ਨੇ ਰਿਬੇਟ ਦਵਾਈ ਵੀ ਹੈ, ਪਰ ਹਾਲੇ ਵੀ ਤਾਂ 25% ਮੈਨੂੰ ਪੱਲਿਓਂ ਦੇਣਾ ਪੈਣਾ ਹੈ ਨਾ, ਔਰ ਉਹਦੇ ਵਾਸਤੇ ਮੇਰੇ ਕੋਲ ਇੰਤਜ਼ਾਮ ਨਹੀਂ ਹੈ। ਸੋ ਬੇਸਿਕਲੀ ਇਹ ਤਾਲਮੇਲ ਹੈਗਾ ਸਾਰਿਆਂ ਦਾ, ਇਹ ਕਿਸੇ ਤੇ ਬੰਦਿਸ਼ ਨਹੀਂ ਹੈ। ਮੈਂ ਤੁਹਾਡੇ ਨਾਲ ਸਾਰਿਆਂ ਨਾਲ, ਲੈਂਡਲੋਰਡਸ ਨਾਲ 100% ਖੜਾ ਹੈ ਕਿ ਵਾਕਈ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਹੈ, ਪਰ ਅਸੀਂ ਕੁਝ ਥੋੜ੍ਹੀ ਜਿਹੀ ਆਪਣੀ ਜ਼ਿੰਮੇਵਾਰੀ ਵੀ ਸਮਝੀਏ ਕਿ ਇਸ ਵੇਲੇ ਜਿੱਥੇ ਸਰਕਾਰਾਂ ਇੰਨੇ ਬਿਲੀਅਨਸ ਆਫ ਡਾਲਰ ਲਾ ਰਹੀਆਂ ਤੇ ਕੀ ਫਰਕ ਪੈਂਦਾ ਜੇ ਇਹਦੇ ਨਾ ਹੋਵੇ। ਹੁਣ ਜੇ ਅਸੀਂ ਇਹਨੂੰ ਦੂਜੇ ਪੱਖੋਂ ਦੇਖੀਏ ਕਿ ਇਹਨੂੰ ਹੋਰ ਅਸੀਂ ਕਿਸ ਤਰ੍ਹਾਂ ਬੈਟਰ ਬਣਾ ਸਕਦੇ ਹਾਂ, ਜਿੱਥੇ ਗਵਰਨਮੈਂਟ ਨੇ ਇੰਨੇ ਬਿਲੀਅਨਸ ਆਫ ਡਾਲਰ ਲਾਏ ਨੇ, ਜੇ ਉਹ 50% ਦੀ ਜਗ੍ਹਾ ਉਹਨੂੰ 75 ਕਰ ਵੀ ਦੇਣ ਕਿਸੇ ਵਜ੍ਹਾ ਨਾਲ 3 ਮਹੀਨੇ ਲਈ, ਕਿਉਂਕਿ ਇਸ ਵੇਲੇ ਸਿਰਫ ਹੈਗਾ ਕਿ ਸਮਾਲ ਬਿਜ਼ਨਸ ਨੂੰ ਹੈਲਪ ਕਿਵੇਂ ਦਿੱਤੀ ਜਾਏ, ਤੇ ਜੇ 50 ਦੀ ਜਗ੍ਹਾ ਉਹ 75 ਵੀ ਕਰ ਦੇਣ ਕਿ ਚਲੋ ਜੀ ਅਸੀਂ 75% ਸਬਸਿਡੀ ਦੇ ਦਿੰਦੇ ਹਾਂ, 25% ਤੁਸੀਂ ਪੱਲਿਓਂ ਲਾਓ, ਦੈਟ ਇਜ਼ ਦੀ ਓਨਲੀ ਅਦਰ ਵੇ ਕਿ ਵੀ ਕੈਨ ਕਮ ਅਰਾਊਂਡ ਦਿਸ। ਬਾਕੀ ਇਹ ਕਹਿਣਾ ਜਾਂ ਜਿਹੜੇ ਵੀ ਸਾਡੇ ਇਸ ਵੇਲੇ ਸਰਕਾਰੀ ਅਦਾਰੇ ਇਸ ਗੱਲ ਨੂੰ ਸੁਣਦੇ ਪਏ ਨੇ ਜਾਂ ਸੁਣਦੇ, ਕਿਉਂਕਿ ਫੇਸਬੁੱਕ 'ਤੇ ਅਸੀਂ ਹੁਣ ਨਹੀਂ ਹਾਂ, ਸੋ ਐਟਲੀਸਟ ਆਪਾਂ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਹਾਊ ਟੂ ਸਿੰਪਲੀਫਾਈ, ਕਿਸ ਤਰ੍ਹਾਂ ਇਹਨੂੰ ਅਸੀਂ ਸੁਖਾਲਾ ਬਣਾ ਸਕਦੇ ਹਾਂ ਜਾਂ ਕਿਸ ਤਰ੍ਹਾਂ ਵਰਕੇਬਲ ਬਣਾ ਸਕਦੇ ਹਾਂ। ਸੋ ਇਸ ਤਰ੍ਹਾਂ ਕਰਕੇ ਹੈਗਾ। ਹੁਣ ਜਦੋਂ ਕਾਰਪੋਰੇਟ ਗਰੀਡ ਦੀ ਗੱਲ ਕਰੀ ਦੀ ਅਸੀਂ ਕਰੀਏ ਬੈਂਕਾਂ ਦਾ, ਬੈਂਕਾਂ ਨੇ ਸਾਨੂੰ ਕੀ ਦਿੱਤਾ? ਕੁਛ ਨਹੀਂ। ਜਿਹੜੀਆਂ ਡੈਫਰ ਕੀਤੀਆਂ ਉਹਦੇ ਉੱਤੇ ਵੀ ਉਹਨਾਂ ਨੇ ਇੰਟਰਸਟ ਲਾਇਆ, ਯਾਨੀ ਉਹ ਤੇ ਡਬਲ ਡਿਪ ਲੈ ਰਹੇ ਨੇ। ਸੋ ਓਵਰਆਲ ਇਹ ਜਿਹੜਾ ਕਰੋਨਾ ਵਾਇਰਸ ਵੀ ਅੱਜ ਇਹ ਵੀ ਤਾਂ ਗਰੀਡ ਦਾ ਹੀ ਹਿੱਸਾ ਹੈ ਨਾ। ਇਹ ਗਰੀਡ ਕਿਸ ਤਰ੍ਹਾਂ ਹੈਗੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਦੂਜੇ ਨੂੰ ਥੱਲੇ ਸੁੱਟ ਕੇ ਅਮੀਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਸ ਅਮੀਰ ਹੀ ਗੇਮ ਹੈ ਜਿਹੜੀ ਕਿ ਬੜੀ ਲੰਬੀ ਗੇਮ ਹੈ। ਸੋ ਐਂਡ ਆਫ ਦ ਡੇ ਸਟੇ ਕਾਮ, ਸਟੇ ਸੇਫ, ਜਿਹੜੀਆਂ ਵੀ ਤੁਹਾਨੂੰ ਗੱਲਾਂ ਕਹੀਆਂ ਗਈਆਂ ਉਹਨਾਂ ਨੂੰ ਫੋਲੋ ਕਰੋ, ਐਂਡ ਸਪੈਸ਼ਲੀ ਕਿਉਂਕਿ ਹੁਣ ਸਾਰੇ ਇਕੋਨਮੀ ਖੁੱਲ੍ਹਣ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ। ਇਕੋਨਮੀ ਤਾਂ ਖੁੱਲ੍ਹੇਗੀ, ਪਰ ਪਲੀਜ਼ ਆਪਣਾ ਪਰਹੇਜ਼ ਨਾ ਛੱਡਣਾ, ਇਕੱਠੇ ਨਾ ਹੋਣਾ, ਇਹ ਨਾ ਕਰਨਾ ਕਿ ਹੁਣ ਆਪਾਂ ਕੱਲ੍ਹ ਤੋਂ ਹੀ ਪਾਰਟੀਆਂ ਸ਼ੁਰੂ ਕਰ ਦਈਏ ਵੀ ਸ਼ਾਇਦ ਕੁਝ ਹੋ ਜਾਏ। ਦੂਰੋਂ ਰਹਿਣਾ, ਇੱਕ ਦੂਜੇ ਤੋਂ ਡਿਸਟੈਂਸ ਰੱਖਣਾ, ਬਾਕੀ ਜਿਹੜੀਆਂ ਵੀ ਹੋਰ ਐਡਮਿਨਿਸਟ੍ਰੇਸ਼ਨ ਨੇ ਗੱਲਾਂ ਕਹੀਆਂ ਉਹਨਾਂ ਨੂੰ ਫਾਲੋ ਕਰਨਾ, ਮੈਂ ਸਮਝਣਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ, ਐਂਡ ਵੀ ਸ਼ੁੱਡ ਪੋਜ਼ੀਟਿਵਲੀ ਡੂ ਵਟ ਐਵਰ ਦ ਐਡਮਿਨਿਸਟ੍ਰੇਸ਼ਨ ਸੇ ਅਸ। ਸੋ ਇੱਕ ਵਾਰੀ ਫਿਰ ਜਿੱਥੇ ਅਸੀਂ ਕਲਸੀ ਸਾਹਿਬ ਦਾ ਧੰਨਵਾਦ ਕਰਦੇ ਕਿਉਂਕਿ ਸਮੇਂ ਦੇ ਨਾਲ ਆਣ ਕੇ ਇਸ ਜਿਹੜੀ ਇਸ ਟਾਈਮ ਦੌਰ ਹੈ ਜੀ ਜਿਹੜਾ ਚੱਲ ਰਿਹਾ, ਔਰ ਇਹਦੇ ਵਿੱਚ
ਕਾਫੀ ਸਟੱਡੀ ਕਰਦੇ ਆ, ਫਿਰ ਇਹ ਇਨਫੋਰਮੇਸ਼ਨ ਲੈਂਦੇ ਆ ਸਰਕਾਰ ਕੋਲੋਂ, ਫਿਰ ਤੁਹਾਡੇ ਤੱਕ ਦਿੰਦੇ ਆ, ਔਰ ਤੁਹਾਡੇ ਵੱਲੋਂ ਜਿਹੜੇ ਸਵਾਲ ਆਉਂਦੇ ਆ ਉਹ ਮੈਂ ਇਹਨਾਂ ਨਾਲ ਗੱਲਬਾਤ ਕਰਦਾ। ਸੋ ਸਾਰੇ ਰਲ ਮਿਲ ਕੇ ਇੱਕ ਟੀਮ ਹੈ ਜੀ, ਅਸੀਂ ਲੱਗੇ ਹੋਏ ਆ ਤੁਹਾਡੇ ਤੱਕ ਇਹ ਸੁਨੇਹਾ ਪਹੁੰਚਾਉਣ ਨੂੰ। ਪਰ ਤੁਹਾਡੇ ਵੱਲੋਂ ਵੀ ਅਸੀਂ ਕਹਿੰਦੇ ਆ, ਜਿਵੇਂ ਪੀਂਘ ਝੂਟਣ ਵਾਲੇ ਨੂੰ ਹਲਾਰੇ ਦੀ ਲੋੜ ਹੁੰਦੀ ਹੈ ਤੇ ਬਾਤਾਂ ਪਾਉਣ ਵਾਲੇ ਨੂੰ ਹੁੰਗਾਰੇ ਦੀ ਲੋੜ ਹੁੰਦੀ ਆ। ਤੁਸੀਂ ਵੀ ਆਪਣਾ ਫੀਡਬੈਕ ਸਾਨੂੰ ਦਿਆ ਕਰੋ, ਤੇ ਜੇਕਰ ਮੈਸੇਜ ਚੰਗਾ ਲੱਗਦਾ ਗਾਂ ਤੋਂ ਗਾਂ ਹੋਰ ਸ਼ੇਅਰ ਕਰੋ, ਆਪਣੇ ਸੱਜਣਾ ਮਿੱਤਰਾਂ ਨੂੰ ਦੱਸੋ ਕਿ ਇਹਦੇ ਵਿੱਚ ਆਹ ਇਨਫੋਰਮੇਸ਼ਨ ਆ, ਇਹਨੂੰ ਸੁਣ ਲਓ ਧਿਆਨ ਦੇ ਨਾਲ, ਤੁਹਾਡੇ ਕੰਮ ਦੀ ਇਹ ਚੀਜ਼ ਹੈ ਜੀ। ਸੋ ਕਲਸੀ ਸਾਹਿਬ ਬਹੁਤ ਬਹੁਤ ਜਿੱਥੇ ਧੰਨਵਾਦ, ਤੇ ਦੇਖਦੇ ਹਾਂ ਜੀ ਫਿਰ ਅਗਾਂਹ ਕੀ ਹੁੰਦਾ। ਐਬਸੋਲੂਟਲੀ ਜੀ, ਅਸੀਂ ਸਾਰਿਆਂ ਦੀ ਬੈਸਟ ਵਿਸ਼ੇਸ ਵੈਲ ਵਿਸ਼ੇਸ ਵਾਸਤੇ ਅਰਦਾਸ ਕਰਨੇ ਆ। ਸੈਕੰਡਲੀ, ਜਿਵੇਂ ਸੁਖੀ ਜੀ ਨੇ ਕਿਹਾ ਹੈਗਾ, ਇਹ ਤੁਸੀਂ ਸ਼ੇਅਰ ਕਰੋ ਇਨਫੋਰਮੇਸ਼ਨ, ਐਂਡ ਸਪੈਸ਼ਲੀ ਫੀਲ ਫ੍ਰੀ ਟੂ ਕਾਲ ਅਸ ਐਨੀ ਟਾਈਮ। ਇਹ ਨਾ ਸੋਚਣਾ ਕਿ ਮੈਂ ਪਿਛਲੇ ਹਫਤੇ ਫੋਨ ਕੀਤਾ ਸੀ, ਮੈਂ ਹੁਣ ਇਸ ਹਫਤੇ ਕਰਾਂ ਜਾਂ ਨਾ ਕਰਾਂ, ਕਿਉਂਕਿ ਐਂਡ ਆਫ ਦ ਡੇ ਦਿਸ ਇਜ਼ ਆਲ ਫॉर ਯੂ, ਤੁਹਾਡੇ ਵਾਸਤੇ ਕਰ ਰਹੇ ਹਾਂ। ਸਾਡੇ ਕੋਲ ਤੇ ਜਿਹੜੀ ਇਨਫੋਰਮੇਸ਼ਨ ਹੈਗੀ ਹੈ। ਸੋ ਪਲੀਜ਼ ਗਿਵ ਅਸ ਅ ਕਾਲ ਐਟ ਐਨੀ ਟਾਈਮ। ਥੈਂਕ ਯੂ।